ਵਿਦਰੋਹ ਇੰਨਾ ਵਿਆਪਕ ਹੋ ਗਿਆ ਸਮੁੱਚੇ ਦੇਸ਼ ਵਿੱਚ ਕਿ ਇਹਨੂੰ ਮੋਦੀ ਸਰਕਾਰ ਤੇ ਨਹੀਂ ਸੰਭਲ ਸਕਦੀ। ਉਹਦਾ ਯੂਪੀ ਦੇ ਵਿੱਚ ਰੈਲੀਆਂ ਦਾ ਇਹ ਅਸਰ ਪਿਆ ਵਾ ਵੀ ਜਿਹੜਾ ਮੇਘਾਲਿਆ ਦਾ ਗਵਰਨਰ ਆ ਉਹ ਜਿਹੜਾ ਗਵਰਨਰ ਨੂੰ ਕਹਿਣਾ ਪੈ ਗਿਆ ਵੀ ਇਹ ਇਹਨਾਂ ਦੇ ਕਾਨੂੰਨ ਵਾਜਬ ਆ। ਵੀ ਸੰਯੁਕਤ ਮੋਰਚੇ ਨੇ ਰਾਜਨੀਤਿਕ ਸਮੀਕਰਨ ਬਦਲ ਦਿੱਤੇ ਆ। ਇਹਨਾਂ ਕਾਨੂੰਨਾਂ ਦੇ ਉੱਤੇ ਕਤਾਰਬੰਦੀ ਹੋ ਰਹੀ ਆ ਵੀ ਕਿਹੜੇ ਲੋਕ ਆ ਜਿਹੜੇ ਕਾਨੂੰਨਾਂ ਦੇ ਹੱਕ 'ਚ ਆ, ਕਿਹੜੇ ਲੋਕ ਆ ਜਿਹੜੇ ਬੀਜੇਪੀ ਦੇ ਨਾਲ ਆ। ਮੈਂ ਰਵੀ ਸੰਗਰਾਹੂਰ ਪੰਜਾਬ ਦੇ ਵਿੱਚ ਜਿੱਥੇ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਨੇ, ਜਿੱਥੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਸਾਨੂੰ ਬੋਲਦੇ ਹੋਏ ਸੁਣਦੇ ਨੇ, ਵੱਡੇ ਵੱਡੇ ਇਕੱਠ ਹੁੰਦੇ ਆ, ਉੱਥੇ ਹੀ ਬਾਘਾ ਪੁਰਾਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੀ ਰੈਲੀ ਕੀਤੀ ਗਈ ਔਰ ਇਹ ਕਿਸਾਨ ਮਹਾ ਸੰਮੇਲਨ ਦੇ ਨਾਮ ਤੇ ਕੀਤੀ ਗਈ। ਜਾਣੀ ਹੁਣ ਜਿਹੜੇ ਸੋਸ਼ਲ ਮੀਡੀਆ ਤੇ ਜਦੋਂ ਅਸੀਂ ਕਦੇ ਨਜ਼ਰ ਮਾਰਦੇ ਹਾਂ ਤਾਂ ਇਹ ਘੱਟ ਨਜ਼ਰ ਆਉਂਦਾ ਹੈ ਕਿ ਉਹ ਕਿਸਾਨ ਰੈਲੀ ਸੀ ਤਾਂ ਲੋਕਾਂ ਦਾ ਕਹਿਣਾ ਸੀ ਕਿ ਆਪਣੀ ਸਿਆਸਤ ਚਮਕਾਉਣ ਦੇ ਲਈ ਆਏ ਸੀ। ਕਿਸਾਨ ਲੀਡਰ ਇਹਦੇ ਬਾਰੇ ਕੀ ਸੋਚਦੇ ਨੇ? ਹਾਲਾਂਕਿ ਕਿਸਾਨ ਲੀਡਰਾਂ ਨੇ ਪਹਿਲਾਂ ਹੀ ਸਾਫ਼ ਕਰਤਾ ਸੀ ਕਿ ਸਾਡਾ ਅਜਿਹੀ ਰੈਲੀ ਜਿਹੜੀ ਰਾਜਨੀਤਿਕ ਪਾਰਟੀਆਂ ਕਰ ਰਹੀਆਂ ਉਹਦੇ ਨਾਲ ਸਾਡਾ ਕੋਈ ਸਰੋਕਾਰ ਨਹੀਂ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ। ਪਰ ਹੁਣ ਇਸ ਰੈਲੀ ਤੋਂ ਬਾਅਦ ਉਹਨਾਂ ਦਾ ਨਜ਼ਰੀਆ ਕਿਸ ਤਰ੍ਹਾਂ ਦੇ ਨਾਲ? ਸਾਡੇ ਨਾਲ ਡਾਕਟਰ ਸਤਨਾਮ ਸਿੰਘ ਜੀ ਹੈ ਜਿਹੜੇ ਐਗਰੀਕਲਚਰ ਮਾਹਿਰ ਵੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਸੰਯੁਕਤ ਕਿਸਾਨ ਮੋਰਚੇ ਦੇ ਮੂਹਰਲੀ ਕਤਾਰ ਦੇ ਵਿੱਚ ਰਹਿ ਕੇ ਕੰਮ ਕਰਨ ਵਾਲੇ। ਸਰ ਸਵਾਗਤ ਹੈ ਜੀ। ਹਾਂਜੀ ਧੰਨਵਾਦ ਜੀ ਤੁਹਾਡਾ। ਸਰ ਸਿਆਸੀ ਸਮੀਕਰਨ ਤੋਂ ਥੋੜ੍ਹਾ ਜਿਹਾ ਸਮਝਣਾ ਚਾਹੂੰਗਾ ਮੈਂ ਕਿ ਪੰਜਾਬ ਦੇ ਵਿੱਚ ਵੱਡੀ ਰੈਲੀ ਕਰ ਗਏ ਆਮ ਆਦਮੀ ਪਾਰਟੀ, ਦਿੱਲੀ ਤੋਂ ਗਏ ਨੇ ਅਰਵਿੰਦ ਕੇਜਰੀਵਾਲ ਔਰ ਸ਼ੁਰੂਆਤੀ 3-4 ਮਿੰਟ ਜਾਣੀ ਕਿਸਾਨਾਂ ਦੇ ਹੱਕ 'ਚ ਬੋਲਦੇ ਹੋਏ ਨਜ਼ਰ ਆਏ ਔਰ ਨਾਲ ਦੀ ਨਾਲ ਹੀ ਉਹ ਆਪਣੀ ਗੁਜਰਾਤ ਦੇ ਵਿੱਚ ਹੋਈ ਜਿੱਤ ਜਿਹੜੀ ਉਹ ਲੋਕਾਂ ਤੱਕ ਪਹੁੰਚਾਉਣੀ ਸ਼ੁਰੂ ਕਰਤੀ ਕਿ ਅਸੀਂ ਉੱਥੇ ਜਿਹੜੀਆਂ ਨਹੀਂ ਸੀਟਾਂ ਜਿੱਤ ਗਏ ਭਾਜਪਾ ਦੇ ਖਿਲਾਫ। ਮੈਂ ਓਵਰਆਲ ਤੁਹਾਡੇ ਤੋਂ ਸਮਝਣਾ ਚਾਹੂੰਗਾ ਕਿ ਸੱਚਮੁੱਚ ਕਿਸਾਨਾਂ ਦੀ ਹੱਕ ਦੀ ਗੱਲ ਕਰਕੇ ਗਿਆ ਹੈ ਆਮ ਆਦਮੀ ਪਾਰਟੀ? ਵੇਖੋ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਨਾ, ਇਹਦੀ ਇੱਕ ਵਿਲੱਖਣਤਾ ਇਹ ਆ ਵੀ ਇਹਨੇ ਜਿੱਥੇ ਸਮਾਜਿਕ ਪਰਿਵਰਤਨ ਲਈ ਆਵਾਜ਼ ਉੱਚੀ ਕੀਤੀ ਆ, ਜਿਹੜੀ ਅੱਜ ਤੋਂ ਸਦੀਆਂ ਪਹਿਲਾਂ ਸਾਡੇ ਗੁਰੂਆਂ ਨੇ, ਰਿਸ਼ੀਆਂ ਨੇ, ਗੁਰੂ ਰਵਿਦਾਸ ਜੀ ਨੇ, ਸਾਰਿਆਂ ਨੇ ਜੋ ਸੰਕਲਪ ਕੀਤਾ ਸੀਗਾ ਉਹਨੂੰ ਬੜੇ ਜੋਸ਼ ਨਾਲ ਢੰਗ ਨਾਲ ਲੈ ਕੇ ਉੱਚਾ ਕੀਤਾ। ਇਹਨੇ ਰਾਜਨੀਤਿਕ ਸਮੀਕਰਨ ਜਿਹੜੇ ਸੀ ਉਹਨਾਂ ਵਿੱਚ ਬੜੀ ਤਬਦੀਲੀ ਲਿਆਂਦੀ ਹੈ। ਉਹ ਸਮੀਕਰਨ ਇਸ ਤਰ੍ਹਾਂ ਬਦਲੇ ਆ ਵੀ ਇੱਥੇ ਮੋਰਚੇ 'ਚ ਲੋਕ ਤੁਸੀਂ ਵੇਖੋਗੇ, ਮੈਂ ਬਹੁਤ ਜਾਣਦਾ ਇਹ ਅਕਾਲੀਆਂ ਦਾ ਸਰਪੰਚ ਇੱਥੇ ਆਇਆ ਜੀ, ਇਹ ਸਾਡੇ ਪੰਜਾਬ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ, ਇਹ ਜੀ ਕਾਂਗਰਸ ਦਾ ਪਾਰਟੀ ਦਾ ਸਰਪੰਚ ਆ। ਉਹ ਸਮੀਕਰਨ ਇਹ ਬਦਲਤੇ ਆ ਵੀ ਜਿਹੜੇ ਲੋਕ ਇਸ ਮੋਰਚੇ ਸ਼ਾਮਲ ਹੋ ਕੇ ਇੱਥੇ ਹਾਜ਼ਰੀ ਲਵਾ ਕੇ ਇੱਥੇ ਤਹਿ ਦਿਲੋਂ ਆਣ ਕੇ ਉਹੋ ਹੀ ਥੱਲੇ ਲੋਕਾਂ ਦੇ ਆਗੂ ਬਣਨਗੇ। ਇਸ ਮੋਰਚੇ ਨੇ ਇਸ ਗੱਲ ਨੂੰ ਸਿੱਧ ਕਰਤਾ। ਇਸੇ ਤਰ੍ਹਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਭਾਵੇਂ ਆਪ ਆ ਜਾਂ ਅਕਾਲੀ ਦਲ ਆ, ਕਾਂਗਰਸ ਆ, ਉਹ ਆਪਣੇ ਤੌਰ 'ਤੇ ਵੀ ਜਿਹੜਾ ਉਹ ਸਮਝਦੇ ਆ ਵੀ ਇਹ ਸੰਯੁਕਤ ਕਿਸਾਨ ਮੋਰਚਾ ਵਾ, ਇਹਦੇ ਵੱਲ ਲੋਕ ਖਿੱਚੇ ਗਏ, ਬੜਾ ਵੱਡਾ ਇਹ ਇੱਕ ਸਦਾ ਧਿਰਾ ਬਣ ਗਿਆ ਇਹਦੇ ਵੱਲ। ਇਸ ਕਰਕੇ ਕੋ ਆਪਣੇ ਤੌਰ 'ਤੇ ਉਹ ਰੈਲੀਆਂ ਕਰ ਰਿਹਾ। ਸਾਨੂੰ ਇਸ ਗੱਲ ਵਿੱਚ ਨਹੀਂ ਗਾ ਉਹ ਰੈਲੀਆਂ ਕਰਨ, ਪਰ ਉਹਦੇ ਵਿੱਚ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਉਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਸਾਡੇ ਦੇਸ਼ ਦਾ ਭਵਿੱਖ ਆ, ਸਾਡੇ ਦੇਸ਼ ਦੀ ਜਿਹੜੀ ਆਰਥਿਕਤਾ, ਸਾਡੇ ਦੇਸ਼ ਦੀ ਜਿਹੜੀ ਆਉਣ ਵਾਲਾ ਵਿਕਾਸ ਆ, ਉਹ ਇਹਨਾਂ ਕਾਲੇ ਕਾਨੂੰਨਾਂ ਨਾਲ ਜੁੜਿਆ ਹੋਇਆ ਵਾ। ਇਹ ਇਹਨਾਂ ਨੇ ਮੋਦੀ ਨੇ ਕੀਤਾ ਹੀ ਤਾਂ ਸੀਗਾ, ਇਹ ਹੈ ਉਹਨੂੰ ਪਤਾ ਸੀ ਵੀ ਇਹਦਾ ਵਿਦਰੋਹ ਹੋਣਾ। ਬਾਕੀਆਂ ਦਾ ਭਾਵੇਂ ਉਹਨੂੰ ਨਾ ਇੰਨੀ ਜਾਣਕਾਰੀ ਹੋਵੇ, ਉਹਨੇ ਸਮਾਂ ਹੀ ਇਹ ਨਿਸ਼ਚਿਤ ਕੀਤਾ ਸੀ ਵੀ ਲੋਕੀ ਜਿਹੜੇ ਅੰਦਰੀ ਲੋਕ ਕੀਤੇ ਆ, ਇਹ ਜਿਹੜੀ ਕਰੋਨਾ ਮਹਾਮਾਰੀ ਆ ਇਹਦਾ ਇੰਨਾ ਵਿਦਰੋਹ ਨਹੀਂ ਹੋਊਗਾ, ਪਰ ਵਿਦਰੋਹ ਹੋ ਗਿਆ। ਇਹ ਵਿਦਰੋਹ ਇੰਨਾ ਵਿਆਪਕ ਹੋ ਗਿਆ ਸਮੁੱਚੇ ਦੇਸ਼ ਵਿੱਚ ਵੀ ਇਹਨੂੰ ਮੋਦੀ ਸਰਕਾਰ ਤੇ ਨਹੀਂ ਸੰਭਲ ਸਕਦੀ। ਪਰ ਉਹ ਸਿਰਫ ਆਪਣੇ ਅੰਕੜਿਆਂ ਦੀ ਗੱਲ ਕਰਦੀ ਆ ਵੀ ਮੇਰੇ ਕੋਲ 303 ਆ ਜੀ, 303 ਆ। ਸੋ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਮਹਾਂਪੰਚਾਇਤਾਂ ਹੋ ਰਹੀਆਂ, ਕਿਉਂਕਿ ਸਾਡੇ ਸੰਯੁਕਤ ਮੋਰਚੇ ਦੀ ਇਹ ਨੀਤੀ ਆ ਵੀ ਇਹਨੂੰ ਦੇਸ਼ ਪੱਧਰ 'ਤੇ ਖੜਿਆ ਜਾਵੇ, ਵਿਆਪਕ ਬਣਾਇਆ ਜਾਵੇ। ਤੁਸੀਂ ਵੇਖੋ ਕੱਲ੍ਹ ਨਾਭੇ 'ਚ ਰੈਲੀ ਹੋਈ ਆ, ਹੋਰ ਥਾਵਾਂ 'ਤੇ ਰੈਲੀਆਂ ਹੋ ਰਹੀਆਂ ਨੇ, ਪੋਲੀਟੀਕਲ ਪਾਰਟੀਆਂ ਵੀ ਕਰ ਰਹੀਆਂ ਨੇ। ਪਰ ਜਿਹੜੀ ਇਹਦੇ ਉੱਤੇ ਫੱਟਾ ਲੱਗਾ ਹੋਵੇਗਾ ਨਾ ਸੰਯੁਕਤ ਕਿਸਾਨ ਮੋਰਚਾ, ਉਹ ਕੋਈ ਜਾਲੀ ਨਾ ਹੋਵੇ, ਵਾਕਿਆ ਸੰਯੁਕਤ ਕਿਸਾਨ ਮੋਰਚੇ ਦੀ ਹੋਵੇ, ਲੀਡਰ ਜਾਣ, ਲੋਕ ਹੁੰਮ ਆ ਕੇ ਆ ਜਾਂਦੇ, ਜ਼ਿਆਦਾ ਪ੍ਰਚਾਰ ਕਰਨ ਦੀ ਲੋੜ ਨਹੀਂ। ਆਹ ਤੁਸੀਂ ਵੇਖਿਓ ਫਤਿਹਗੜ੍ਹ ਸਾਹਿਬ, ਪਰੇ ਅਨੰਦਪੁਰ ਸਾਹਿਬ, ਜਿੱਥੇ ਜਿੱਥੇ ਸੰਯੁਕਤ ਕਿਸਾਨ ਮੋਰਚਾ ਕਰੇਗਾ, ਯੂਪੀ ਦੇ ਵਿੱਚ ਹੋਈਆਂ ਨੇ,
ਉਹਦਾ ਯੂਪੀ ਦੇ ਵਿੱਚ ਰੈਲੀਆਂ ਦਾ ਇਹ ਅਸਰ ਪਿਆ ਵਾ ਵੀ ਜਿਹੜਾ ਮੇਘਾਲਿਆ ਦਾ ਗਵਰਨਰ ਆ, ਉਹ ਜਿਹੜਾ ਗਵਰਨਰ ਨੂੰ ਕਹਿਣਾ ਪੈ ਗਿਆ ਵੀ ਇਹ ਇਹਨਾਂ ਦੇ ਕਾਨੂੰਨ ਵਾਜਬ ਆ। ਉਹਨੇ ਇੱਕ ਥਾਂ ਬੋਲਦਿਆਂ ਕਿਹਾ ਵੀ ਜੇਕਰ ਇਹ ਖਾਲੀ ਹੱਥ ਮੁੜ ਗਏ 300 ਸਾਲ ਤੁਹਾਡਾ ਖਹਿੜਾ ਨਹੀਂ ਛੱਡਣਗੇ। ਇਹ ਪੰਜਾਬ ਦੇ ਹਰਿਆਣੇ ਦੇ ਐਸੇ ਲੋਕ ਆ। ਇਹਦੇ ਨਾਲ ਪ੍ਰਿੰਸੀਪਲ ਸਕੱਤਰ ਨੂੰ ਜਿਹੜਾ ਬੀਜੇਪੀ ਦਾ ਬਹੁਤ ਵੱਡਾ ਆਗੂ ਸੀਗਾ, ਇਹਦਾ ਪ੍ਰਾਈਮ ਮਿਨਿਸਟਰ ਦਾ ਜਿਹੜਾ ਪ੍ਰਿੰਸੀਪਲ ਸਕੱਤਰ ਸੀ, ਬੜੀ ਵੱਡੀ ਗੱਲ ਉਹਨੇ ਅਸਤੀਫਾ ਦੇ ਦਿੱਤਾ। ਗੁਜਰਾਤ ਦੇ ਐਮਪੀ ਨੇ ਅਸਤੀਫਾ ਦੇ ਦਿੱਤਾ। ਮੈਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀ ਵੀ ਇਹ ਸੰਯੁਕਤ ਮੋਰਚੇ ਨੇ ਰਾਜਨੀਤਿਕ ਸਮੀਕਰਨ ਬਦਲ ਦਿੱਤੇ ਆ। ਬਿਲਕੁਲ। ਸੋ ਇਸ ਕਰਕੇ ਇਹਨੂੰ ਅਸੀਂ ਸਮਝਦੇ ਹਾਂ ਵੀ ਇਹ ਮੋਰਚਾ ਲੰਮਾ ਚੱਲਣ ਨਾਲ ਇਹ ਚੀਜ਼ਾਂ ਵਾਪਰੀਆਂ ਨੇ। ਜਿਉਂ ਜਿਵੇਂ ਮੋਰਚਾ ਲੰਮਾ ਹੋ ਰਿਹਾ, ਜਿਉਂ ਇਹਦੀ ਉਮਰ ਵੱਧ ਰਹੀ ਆ, ਇਸ ਮੋਰਚੇ ਦੇ ਨਾਲ ਲੋਕਾਂ ਦਾ ਸਮਰਥਨ ਵੱਧ ਰਿਹਾ ਵਾ। ਇਹ ਨਹੀਂ ਵੇਖਣਾ ਚਾਹੀਦਾ ਵੀ ਫਲਾਣੇ ਥਾਂ ਕਿੰਨੇ ਬੰਦੇ ਬੈਠੇ ਆ, ਫਲਾਣੇ ਥਾਂ ਕਿੰਨੇ ਬੈਠੇ ਆ। ਅੱਜ ਕੱਲ੍ਹ ਵਾਢੀ ਦੀ ਰੁੱਤ ਆ, ਤਾਂ ਵੀ ਤੁਸੀਂ ਵੇਖੋਗੇ ਵੀ ਲੋਕ ਉਨੀ ਵੱਡੀ ਗਿਣਤੀ 'ਚ ਆ ਰਹੇ। ਹਰਿਆਣੇ 'ਚ ਵਾਢੀ ਤਕਰੀਬਨ 10 ਦਿਨਾਂ ਨੂੰ ਸ਼ੁਰੂ ਹੋ ਜਾਣੀ ਆ। ਯੂਪੀ ਦੇ ਵਿੱਚ ਇਸ ਵੇਲੇ ਵਾਢੀ ਹੋ ਰਹੀ ਆ, ਪਰ ਉਹਦੇ ਬਾਵਜੂਦ ਵੀ ਲੋਕ ਜਿਹੜੇ ਆ ਇੱਥੇ ਆ ਰਹੇ ਆ। ਅਸੀਂ ਦੌਰਾ ਵੀ ਕਰਕੇ ਆਏ ਹਾਂ ਵੱਖ-ਵੱਖ ਦਿਸ਼ਾ ਦੇ ਵਿੱਚ। ਅਸੀਂ ਕਰਨਾਟਕਾ 'ਚ ਗਏ। ਇਹ ਸਾਡੇ ਉੱਥੇ ਮਾਣ ਇਸ ਗੱਲ ਦਾ ਵੀ ਅਸੀਂ ਉੱਥੇ ਜਾ ਕੇ ਜੋਗਿੰਦਰ ਯਾਦਵ ਦੀ ਅਗਵਾਈ 'ਚ ਮੈਂ ਸਾਂ, ਸਾਡੇ ਨਾਲ ਇਹ ਦੀਪਕ ਲਾਂਬਾ ਸੀਗਾ, ਹੋਰ ਸਾਥੀ ਸਨ। ਅਸੀਂ ਉੱਥੇ 5 ਤਰੀਕ ਨੂੰ ਉੱਥੇ ਜਾ ਕੇ ਆਪਣਾ ਅਸੀਂ ਉਦਘਾਟਨ ਕੀਤਾ ਵਾ। ਜਿਹੜੀ MSP ਦਿਲਾਓ, ਜਿਹੜੀ ਸਾਡੀ ਮੁਹਿੰਮ ਸ਼ੁਰੂ ਹੋਈ ਹੈ 5 ਤਰੀਕ ਤੋਂ, ਇਸ ਮਹੀਨੇ ਦੀ ਤੋਂ, ਉਹ ਅਸੀਂ ਕੀਤਾ। ਬੜੀ ਵੱਡੀ 'ਚ ਲੋਕ ਆਏ। ਮੈਂ ਹੈਰਾਨੀ ਦੀ ਗੱਲ ਇਹ ਆ ਵੀ ਉੱਥੇ ਬਲਾਰੀ ਵਿੱਚ ਕਈਆਂ ਥਾਵਾਂ ਦੇ ਉੱਤੇ ਔਰਤਾਂ ਦੀ ਗਿਣਤੀ 90% ਸੀ। ਬਹੁਤ ਵੱਡੀ ਗਿਣਤੀ 'ਚ ਅਸੀਂ ਪੁੱਛਿਆ ਤੁਸੀਂ ਖੇਤੀ ਕਰਦੀਆਂ ਜੇ? ਉਹ ਕਹਿੰਦੇ ਅਸੀਂ ਕਰਦੀਆਂ। ਗੁਲਮਰਗਾ ਵਿੱਚ ਲੋਕ ਇਕੱਠੇ ਹੋਏ, ਬੰਗਲੌਰ ਦੇ ਵਿੱਚ ਬਹੁਤ ਵੱਡਾ ਲੋਕ ਇਕੱਠੇ ਹੋਏ। ਪ੍ਰੈਸ ਕਾਨਫਰੰਸ ਵੀ ਕੀਤੀ, ਉਹਨਾਂ ਸਾਨੂੰ ਬੜੇ ਪ੍ਰਸ਼ਨ ਪੁੱਛੇ। ਉਹ 22 ਤਰੀਕ ਨੂੰ ਬਹੁਤ ਵੱਡਾ ਇਕੱਠ ਕਰਕੇ ਵਿਧਾਨ ਸਭਾ ਦਾ ਘਿਰਾਓ ਕਰ ਰਹੇ ਆ। ਇਸੇ ਤਰ੍ਹਾਂ ਅਸੀਂ ਬੰਗਾਲ ਵਿੱਚ ਗਏ ਹਾਂ। ਬੰਗਾਲ 'ਚ ਅਸੀਂ ਦੱਸਣ ਲਈ ਕਾਮਯਾਬ ਹੋਏ ਹਾਂ। ਬੜੇ ਆਗੂ ਗਏ ਉੱਥੇ, ਰਾਜੇਵਾਲ ਗਏ, ਹੋਰ ਵੀ ਗਏ, ਅਸੀਂ ਗਏ, ਜੋਗਿੰਦਰ ਯਾਦਵ ਗਏ, ਸਾਡੀ ਵੱਡੀ ਟੀਮ ਉੱਥੇ ਗਈ। ਉਹਦੇ ਵਿੱਚ ਜਿਹੜੀਆਂ ਰੈਲੀਆਂ ਜਾਂ ਜਿੱਥੇ ਜਿੱਥੇ ਸਾਡੀਆਂ ਨੁੱਕੜ ਮੀਟਿੰਗਾਂ ਹੋਈਆਂ ਸੀ, ਉਹਨਾਂ ਨੂੰ ਇਹ ਕਿਹਾ ਵੀ ਇਹ BJP ਪਾਰਟੀ ਜਿਹੜੀ ਆ, ਇਹ ਵੱਖਵਾਦੀ ਪਾਰਟੀ ਆ, ਇਹ ਫਿਰਕੂ ਪਾਰਟੀ ਆ, ਇਹ ਮਨੂਵਾਦੀ ਸੋਚ ਨੂੰ ਅੱਗੇ ਲਿਆਉਣਾ ਚਾਹੁੰਦੀ ਆ। ਇਹ ਲੋਕਾਂ ਨੂੰ ਤੋੜਦੀ ਆ, ਜੋੜਦੀ ਨਹੀਂ। ਜੇ ਤੁਸੀਂ ਇੱਥੇ ਕਲਕੱਤੇ ਸ਼ਹਿਰ 'ਚ ਵਾੜ ਲਈ, ਰੋਜ਼ ਦੰਗੇ ਫਸਾਦ ਹੋਇਆ ਕਰਨਗੇ। ਤੁਹਾਡੇ ਗੁਆਂਢ ਅਸਾਮ ਆ, 5 ਸਾਲ ਹੋ ਗਏ ਅਸਾਮ ਵਾਲੇ ਇੱਕ ਰਾਤ ਚੱਜ ਨਾਲ ਨਹੀਂ ਸੌਂ ਸਕੇ। ਕੋਈ ਨਾ ਕੋਈ ਦੰਗਾ ਫਸਾਦ, ਇਹ ਬਾਹਰ ਦਾ ਆ ਗਿਆ ਜੀ, NRI ਹੋ ਗਿਆ ਜੀ, ਫਲਾਣੀ ਗੱਲ ਹੋ ਗਿਆ ਜੀ, ਫਲਾਣਾ ਇੱਥੇ ਰਜਿਸਟਰ ਲੱਗ ਗਿਆ ਜੀ। ਅਸੀਂ ਉਹਨਾਂ ਨੂੰ ਇਹ ਦੱਸਣ 'ਚ ਪੂਰੇ ਕਾਮਯਾਬ ਹੋਏ ਹਾਂ ਵੀ ਬੰਗਾਲੀਆਂ ਦਾ ਜਿਹੜਾ ਵਿਰਸਾ ਵਾ, ਸੁਭਾਸ਼ ਚੰਦਰ ਬੋਸ ਦਾ ਵਿਰਸਾ, ਅਸੀਂ ਵੱਡਾ ਮਿਸਾਲਾਂ ਦਾ ਜਲੂਸ ਕੱਢ ਕੇ 5-6 ਕਿਲੋਮੀਟਰ ਤੋਂ ਉਹਨਾਂ ਲਗਾਤਾਰ ਭੁੱਖ ਹੜਤਾਲ ਰੱਖੀ ਹੋਈ ਆ। ਉੱਥੇ ਸਾਡੇ ਨਾਲ ਦੇ ਉਹ ਚੱਲੇ ਹੋਏ ਆ। ਇਹ ਨਹੀਂ ਗਾ ਵੀ ਉੱਥੇ ਕਲਕੱਤੇ ਸ਼ਹਿਰ 'ਚ ਲੋਕਾਂ ਨੂੰ ਪਤਾ ਨਹੀਂ ਵੀ ਅਸੀਂ ਇੱਥੇ ਬੈਠੇ ਹਾਂ। ਦਿੱਲੀ ਦੇ ਆਲੇ ਦੁਆਲੇ ਅਸੀਂ ਮਸ਼ਾਲ ਕੱਢ ਕੇ ਗਏ, ਲੋਕਾਂ ਬੜਾ ਇਸਤਕਬਾਲ ਕੀਤਾ ਬਾਹਰੋਂ ਸਾਰਾ। ਉੱਥੇ ਸੁਭਾਸ਼ ਚੰਦਰ ਬੋਸ ਦੇ ਬੁੱਤ ਲਾ ਕੇ ਗਏ, ਉਹਨਾਂ ਦੇ ਘਰ ਨੂੰ ਸਜਦਾ ਕੀਤਾ, ਫਿਰ ਆਇਦ ਕੀਤਾ ਵੀ ਇਹ ਮੋਰਚਾ ਸਾਡਾ ਚੱਲਦਾ ਰਹੂ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਹਦੇ ਤੋਂ ਬਾਅਦ ਅਸੀਂ ਸਾਡਾ ਖਾਸ ਕਰਕੇ ਅਸੀਂ 6 ਆਦਮੀ, ਜੋਗਿੰਦਰ ਯਾਦਵ, ਮਾਈ ਸੈਲਫ, ਇਸ ਤਰ੍ਹਾਂ ਅਸੀਂ ਡਾਕਟਰ, ਇਸ ਤਰ੍ਹਾਂ ਅਸੀਂ ਚੱਲੇ ਹਾਂ ਉੱਥੋਂ। ਅਸੀਂ ਉੱਥੇ ਗੁਹਾਟੀ ਗਏ ਹਾਂ। ਗੁਹਾਟੀ ਦੇ ਵਿੱਚ ਅਸੀਂ ਖਾਸ ਕਰਕੇ ਕੋਲਮ ਯੂਨੀਵਰਸਿਟੀ ਆ, ਉੱਥੇ ਬੜੀ ਮਸ਼ਹੂਰ ਯੂਨੀਵਰਸਿਟੀ ਆ। ਉਹਦੇ ਵਿੱਚ ਨੌਜਵਾਨ ਪ੍ਰੋਫੈਸਰ, ਪ੍ਰਿੰਸੀਪਲ, ਡੀਨ, ਡਾਇਰੈਕਟਰ ਬੜੀ ਵੱਡੀ ਗਿਣਤੀ 'ਚ ਆਏ। ਉਹਨਾਂ ਨੂੰ ਵੀ ਅਸੀਂ ਦੱਸਿਆ ਵੀ ਤੁਸੀਂ ਐਜੂਕੇਟਡ ਲੋਕ ਜੇ, ਤੁਸੀਂ ਇਹ ਯਾਦ ਰੱਖੋ, ਗੁਹਾਟੀ ਵਾਲੇ, ਅਸਾਮ ਵਾਲੇ, ਤੁਹਾਡੀਆਂ ਬੜੀਆਂ ਪਰੰਪਰਾਵਾਂ ਵਾ, ਤੁਸੀਂ ਬੜਾ ਲੜਾਕੇ ਰਹੇ ਜੇ। ਤੁਸੀਂ ਅੰਗਰੇਜ਼ ਨੂੰ ਇੱਥੇ ਈਸਟ ਇੰਡੀਆ ਕੰਪਨੀ ਤੁਹਾਡੇ ਗੁਆਂਢ ਆਈ ਸੀ, ਤੁਸੀਂ 1826 ਤੱਕ ਉਹਦੇ ਪੈਰ ਨਹੀਂ ਲੱਗਣ ਦਿੱਤੇ। 100 ਸਾਲ ਨਹੀਂ ਵੜਨ ਦਿੱਤਾ ਅਸਾਮ 'ਚ। ਅਸੀਂ 125 ਸਾਲ ਨਹੀਂ ਵੜਨ ਦਿੱਤਾ ਪੰਜਾਬ ਦੇ ਵਿੱਚ। ਸੋ ਇਸ ਕਰਕੇ ਸਾਡੀਆਂ ਤੁਹਾਡੀਆਂ ਪਰੰਪਰਾਵਾਂ ਲੜਦੀਆਂ ਨੇ। ਆਓ ਤਕੜੇ ਹੋ ਕੇ ਜਿਹੜੀ BJP ਆ ਇਹਨੂੰ ਹਰਾਓ। ਇਹ ਵੱਖਵਾਦੀ ਪਾਰਟੀ ਆ, ਇਹ ਫਿਰਕਾ ਪ੍ਰਸਤ ਪਾਰਟੀ ਆ, ਇਹ ਲੋਕਾਂ ਨੂੰ ਤੋੜਦੀ ਆ। 50 ਸਾਲ ਲੱਗਣਗੇ ਤੁਹਾਨੂੰ ਮੁੜ ਕੇ ਲੋਕਾਂ ਨੂੰ ਜੋੜਨ ਦੇ ਲਈ। ਤੁਹਾਡੇ ਮੁਸਲਿਮਵਾਦੀ ਵੀ ਹੈਗੀ ਆ, ਸਿੱਖਵਾਦੀ ਵੀ ਹੈਗੀ ਆ, ਸਾਈ ਬਰਾਦਰੀ ਵੀ ਹੈਗੀ ਆ, ਹੋਰ ਵੱਖ-ਵੱਖ ਲੋਕ ਆ। ਇਹ ਪਾਰਟੀ ਰਾਜ ਹੀ ਲੋਕਾਂ ਨੂੰ ਤੋੜ ਕੇ ਕਰਦੀ ਹੈ। ਜਾਤਾਂ ਵਿੱਚ ਵੰਡ ਕੇ ਬਹੁਤ ਵੱਡਾ ਹੰਗਾਰਾ ਦਿੱਤਾ।
ਬੜੇ ਸਾਨੂੰ ਟੈਲੀਫੋਨ ਉੱਥੋਂ ਆ ਵੀ ਗਏ ਆ। ਰਾਤੀ ਮੈਨੂੰ ਟੈਲੀਫੋਨ ਆਇਆ ਸੀ ਵੀ ਅਸੀਂ ਤੁਹਾਡਾ ਜਿਹੜਾ ਲੈਟਰ ਆ ਹਰ ਪਿੰਡ ਵਿੱਚ ਪਹੁੰਚਾ ਰਹੇ ਹਾਂ। ਹੈਂਡ ਰਿਟਨ ਹੀ ਲੈਟਰ ਦੇ ਕੇ ਆਏ ਸੀ ਇੱਕ ਲੋਕਾਂ ਨੂੰ, ਥੋੜ੍ਹਾ ਜਿਹਾ ਉਹਦੇ 'ਚ ਦੱਸਿਆ ਸੀ 1 ਪੇਜ ਦਾ, ਉਹ ਆਂਦੇ ਅਸੀਂ ਘਰ ਘਰ ਪਹੁੰਚਾ ਰਹੇ ਹਾਂ। ਸੋ ਇਸ ਕਰਕੇ ਸਾਰੇ ਦੇਸ਼ ਵਿੱਚ ਇਹਨਾਂ ਕਾਨੂੰਨਾਂ ਦੇ ਉੱਤੇ ਕਤਾਰਬੰਦੀ ਹੋ ਰਹੀ ਆ ਵੀ ਕਿਹੜੇ ਲੋਕ ਆ ਜਿਹੜੇ ਕਾਨੂੰਨਾਂ ਦੇ ਹੱਕ 'ਚ ਆ, ਕਿਹੜੇ ਲੋਕ ਆ ਜਿਹੜੇ ਬੀਜੇਪੀ ਦੇ ਨਾਲ ਆ। ਉਹ ਵਿਰੋਧ ਵਿੱਚ ਨਹੀਂ ਇੰਨੇ ਹੈਗੇ, ਉਹ ਸਿਰਫ ਐਵੇਂ ਰਾਜ ਕਰਦੀ ਪਾਰਟੀ ਦੇ ਨਾਲ ਕਰਕੇ ਉਹ ਇੱਕ ਸੈਕਸ਼ਨ ਹੈਗਾ। ਮੈਨੂੰ ਤਾਂ ਇਉਂ ਲੱਗਦਾ ਬੰਗਾਲ ਦੇ ਵਿੱਚ ਵੀ ਬੀਜੇਪੀ ਹਰੇਗੀ, ਅਸਾਮ 'ਚ ਬੜਾ ਤਕੜਾ ਕੰਟੈਸਟ ਆਊਗਾ, ਭਾਵੇਂ ਉਹਨਾਂ ਦਾ ਰਾਜ ਰਿਹਾ ਵਾ ਪਰ ਉਹ ਕਮਜ਼ੋਰ ਹੋਏਗੀ, ਹਰ ਵੀ ਸਕਦੀ ਆ। ਸੋ ਇਸੇ ਤਰ੍ਹਾਂ ਕੇਰਲਾ ਦੇ ਵਿੱਚ ਬੀਜੇਪੀ ਨੇ ਹਰਨਾ ਹੀ ਹਰਨਾ, ਤਾਮਿਲਨਾਡੂ 'ਚ ਹਰਨਾ ਵਾ, ਜਾਂ ਪਾਂਡੀਚੇਰੀ 'ਚ ਵੀ ਹਰੇਗੀ ਆ ਕਿ DMK ਉੱਥੇ ਆ ਰਹੀ ਆ। ਸੋ ਇਸ ਕਰਕੇ ਸਮੁੱਚੇ ਦੇਸ਼ ਵਿੱਚ ਇਹ ਜਿਹੜਾ ਸਾਡਾ ਮੋਰਚਾ ਇੱਥੇ ਲੱਗਾ ਵਾ, ਇਹਨੇ ਸਿਆਸੀ ਸਮੀਕਰਨ ਬਦਲਤੇ ਆ, ਸਿਆਸਤ ਦੇ ਉੱਤੇ ਇੱਕ ਪਰਛਾਵਾਂ ਪਾਤਾ, ਪ੍ਰਭਾਵ ਪਾਤਾ ਵਾ ਵੀ ਕਿਹੜੇ ਲੋਕ ਆ ਜਿਹੜੇ ਇਹਨਾਂ ਬਿੱਲਾਂ ਦੇ ਵਿਰੋਧ 'ਚ ਆ, ਕਿਹੜੇ ਲੋਕ ਆ ਜਿਹੜੇ ਬੀਜੇਪੀ ਦੇ ਨਾਲ ਆ। ਸੋ ਇਸ ਕਰਕੇ ਸਾਡਾ ਇਹ ਦੌਰਾ ਅਸੀਂ ਸਮਝਦੇ ਹਾਂ ਬੜਾ ਸਫਲ ਰਿਹਾ, ਲੋਕਾਂ ਨੂੰ ਦੱਸਣ 'ਚ ਕਾਮਯਾਬ ਹੋਏ ਆ। ਬਾਕੀ ਵੋਟਾਂ ਦੀ ਪਰਸੈਂਟੇਜ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਅਸੀਂ 1% ਤੋਂ ਲੈ ਕੇ ਕੋਈ 1.25% ਤੱਕ 1.5% ਤੱਕ ਸਾਡੇ ਇਹਨਾਂ ਦੌਰਿਆਂ ਦੇ ਨਾਲ ਇਹਨਾਂ ਸੂਬਿਆਂ 'ਚ ਪ੍ਰਭਾਵ ਪਿਆ। ਜੀ ਸਰ, ਜਿਵੇਂ ਤੁਸੀਂ ਦੱਸਿਆ ਕਿ ਕਾਫੀ ਕੁਝ ਦੱਸਣ ਦੇ ਵਿੱਚ ਵੀ ਕਾਮਯਾਬ ਹੋਏ ਹੋ ਔਰ ਮੋਰਚਾ ਕਿ ਜੇ ਇਹਨਾਂ ਸੂਬਿਆਂ ਦੇ ਵਿੱਚ ਭਾਜਪਾ ਨੂੰ ਨੁਕਸਾਨ ਹੁੰਦਾ ਵੀ ਹੈ, ਇੱਕ ਪਲ ਦੇ ਲਈ ਆਪਾਂ ਮੰਨ ਲੈਂਦੇ ਹਾਂ ਕਿ ਵੱਡਾ ਨੁਕਸਾਨ ਹੋਇਆ, ਭਾਜਪਾ ਆਪਣੀ ਸਰਕਾਰ ਨਹੀਂ ਬਣਾ ਸਕੀ, ਉਹ ਉਨੀਆਂ ਸੀਟਾਂ ਨਹੀਂ ਲਿਜਾ ਸਕੀ, ਮੋਰਚੇ ਨੂੰ ਇਹਦਾ ਫਾਇਦਾ ਹੋਊਗਾ ਔਰ ਕਿਵੇਂ ਹੋਊਗਾ? ਦੇਖੋ, ਦੋ ਸਵਾਲ ਖੜੇ ਨੇ। ਇੱਕ ਪਾਸੇ ਤਾਂ ਡੈਡਲੌਕ ਬਣਿਆ, ਡੈਡਲੌਕ ਨੂੰ ਤੋੜਨ ਦੇ ਲਈ, ਸਰਕਾਰ ਤੇ ਪ੍ਰਭਾਵ ਛੱਡਣ ਦੇ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਕਿ ਸਰਕਾਰ ਤੇ ਫਰਕ ਪਵੇ। ਹੁਣ ਜੇ ਸਰਕਾਰ ਤੇ ਚੋਣਾਂ ਤੱਕ ਵੀ ਫਰਕ ਨਹੀਂ ਪੈਂਦਾ, ਸਰਕਾਰ ਦਾ ਇਹ ਵੀ ਕਿਤੇ ਨਾ ਕਿਤੇ ਹੋ ਜਾਂਦਾ ਕਿ ਉਹ ਆਪਣੀਆਂ ਉਹ ਸਰਕਾਰਾਂ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੁੰਦੇ, ਉਹਨਾਂ ਨੂੰ ਵੱਡਾ ਨੁਕਸਾਨ ਹੁੰਦਾ, ਫਿਰ ਵੀ ਡੈਡਲੌਕ ਰਹਿੰਦਾ ਹੈ। ਫਿਰ ਇੱਕ ਵੱਡਾ ਕਹਿ ਸਕਦੇ ਹਾਂ ਕਿ ਚਿੰਤਾ ਨਹੀਂ ਬਣ ਜਾਏਗੀ ਮੋਰਚੇ ਦੇ ਵਾਸਤੇ, ਇੱਕ ਵੱਡੀ ਚੇਤਾਵਨੀ ਨਹੀਂ ਪੈਦਾ ਹੋ ਜਾਏਗੀ ਕਿ ਹੁਣ ਕਿਵੇਂ ਅਸੀਂ ਇਹਦਾ ਸਾਹਮਣਾ ਕਰੀਏ। ਅਸੀਂ ਤਾਂ ਸਰਕਾਰ ਨੂੰ ਉਹਨੂੰ ਪੋਲੀਟੀਕਲ ਤੌਰ ਤੇ ਵੀ ਅਸੀਂ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਆ, ਸਿਆਸੀ ਤੌਰ ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਆ, ਫਿਰ ਬੀ ਪਲਾਨ ਕੀ ਆ? ਇਹ ਵੀ ਇੱਕ ਵੱਡਾ ਸਵਾਲ ਹੈ। ਵੇਖੋ, ਅਸੀਂ ਮੈਂ ਸਗੋਂ ਪਹਿਲਾਂ ਗੱਲ ਛੱਡ ਗਿਆ ਸਾਂ, ਉੱਥੇ ਅਸੀਂ ਇੱਕ ਦੱਸਣ 'ਚ ਕਾਮਯਾਬ ਹੋ ਗਏ ਹਾਂ ਵੀ ਇਹ ਜਿਹੜੀ ਬੀਜੇਪੀ ਆ, ਸਾਡਾ ਮੋਰਚਾ ਤਦੇ ਲੰਬਾ ਹੋ ਰਿਹਾ, ਇਹ ਵੋਟਾਂ ਦੀ ਰਾਜਨੀਤੀ ਤੇ ਖੇਡ ਰਹੀ ਹੈ, ਲੋਕਾਂ ਨੂੰ ਵੰਡਣ ਦੀ ਨੀਤੀ ਤੇ ਖੇਡ ਰਹੀ ਹੈ, ਮਨੂਵਾਦੀ ਸੋਚ ਲਿਆ ਕੇ ਰਾਜ ਕਰਨਾ ਚਾਹੁੰਦੀ ਆ। ਅਸੀਂ ਤੁਹਾਡੇ ਕੋਲ ਇਸੇ ਕਰਕੇ ਆਏ ਹਾਂ ਵੀ ਜੇ ਵੋਟਾਂ ਕਹਿ ਰਹੀ ਆ, ਤੁਹਾਡੇ ਕੋਲ ਵੀ 303 ਹੈਗੀ ਆ, ਤੁਸੀਂ ਇਹਨੂੰ ਇਸਤੇਮਾਲ ਕਰਕੇ ਇਹਦੇ ਵਿਰੁੱਧ ਵੋਟ ਪਾਓ, ਸੰਭਾਵੀ ਜਿਹੜੇ ਜਿੱਤਣ ਵਾਲੇ ਕੈਂਡੀਡੇਟ ਉਹਨਾਂ ਨੂੰ ਪਾਓ, ਤਾਂ ਕਿ ਇਹਨਾਂ ਦੀ ਵੋਟਾਂ ਦੀ ਜਿਹੜੀ ਰਾਜਨੀਤੀ ਉਹਦੇ ਉੱਤੇ ਸੱਟ ਵੱਜੇ। ਇਹ ਵੀ ਅਸੀਂ ਉੱਥੇ ਕਾਮਯਾਬ ਹੋਏ ਹਾਂ। ਮੰਨ ਲਓ ਤੁਸੀਂ ਦੂਜੇ ਬੰਨੇ ਕਿਹਾ ਵੀ ਇਹ ਉਹਦੇ ਬਾਅਦ ਵੀ ਇਹ ਕੋਈ ਡੈਡਲੌਕ ਨਹੀਂ ਤੋੜਦੀ, ਇਹ ਡੈਡਲੌਕ ਜਿਹੜਾ ਟੁੱਟਾ ਹੀ ਟੁੱਟਾ। ਇਹ ਜਿਹੜੇ ਕਾਨੂੰਨ ਹੈ ਸਾਡੇ ਦੇਸ਼ 'ਚ ਲਾਗੂ ਨਹੀਂ ਹੋ ਸਕਦੇ ਆ। ਸੁਪਰੀਮ ਕੋਰਟ ਨੇ ਅਜੇ ਕੱਲ੍ਹ ਗੱਲ ਕਹੀ ਆ ਵੀ ਸੂਬਿਆਂ ਨੂੰ ਅਧਿਕਾਰ ਆ ਇਹਨਾਂ ਕਾਨੂੰਨਾਂ 'ਤੇ ਪੁਣ-ਛਾਣ ਕਰਨ ਦੀ। ਬੜੇ ਬੜੇ ਬੁੱਧੀਜੀਵੀ ਲੋਕ ਤੇ ਇੱਕ ਬੰਨੇ ਕਤਾਰਬੰਦੀ ਹੋ ਗਈ ਆ ਵੀ ਇਹ ਕਾਨੂੰਨ ਮਾੜੇ ਆ, ਹੈ ਵੀ ਮਾੜੇ, ਐਕਚੁਅਲੀ ਹੀ ਮਾੜੇ। ਮੈਂ ਤਾਂ ਐਗਰੀਕਲਚਰ ਦਾ ਐਕਸਪਰਟ ਹਾਂ, ਹੈ ਹੀ ਮਾੜੇ ਆ, ਇਹਦੀ ਵਿਆਖਿਆ ਤਾਂ ਅਸੀਂ ਰੋਜ਼ ਹੀ ਕਰਦੇ ਹਾਂ। ਸੋ ਇਸ ਕਰਕੇ ਡੈਡਲੌਕ ਨਹੀਂ ਅਸੀਂ ਸਮਝਦੇ, ਅਸਲ 'ਚ ਇਹ ਵੀ ਮੰਗ ਹੀ ਬਹੁਤ ਵੱਡੀ ਹੈ। ਇੱਕ ਬੰਨੇ ਐਡਾ ਵੱਡਾ ਕਾਰਪੋਰੇਟ ਖਲੋਤੇ ਲੋਕ, ਏਡੇ ਏਡੇ ਵੱਡੇ ਸਰਮਾਏਦਾਰ ਖਲੋਤੇ ਆ ਜਿਹੜੇ ਸਾਡੇ ਦੇਸ਼ ਦੇ ਕੁਦਰਤੀ ਖਜ਼ਾਨਿਆਂ ਦੇ ਮਾਲਕ ਬਣੇ ਬੈਠੇ ਉਹ ਲੋਕ ਨੇ। ਇੱਕ ਬੰਨੇ WTO ਵਿਸ਼ਵ ਵਪਾਰ ਸੰਸਥਾ ਦਾ ਬੜਾ ਦਬਾਅ ਆ, ਵਰਲਡ ਬੈਂਕ ਦਾ ਜਿਹਨੇ ਕਰਜ਼ੇ ਦੇਣੇ ਆ ਕਰਨਾ ਨੀਤੀ ਬਣਾਉਂਦਾ ਉਹਦਾ ਬੜਾ ਦਬਾਅ ਆ, ਇੰਟਰਨੈਸ਼ਨਲ ਮੋਨੀਟਰੀ ਫੰਡ ਆ ਜਿਹੜਾ ਕੋਈ ਦੇਸ਼ ਫਸਿਆ ਹੋਵੇ ਉਹ ਪੈਸੇ ਦਿੰਦਾ ਵਾ, ਉਹਦਾ ਬੜਾ ਦਬਾਅ ਆ। ਇਸ ਕਰਕੇ ਇਹ ਕੋਈ ਕਾਨੂੰਨ ਜਾਂ ਰੱਦ ਕਰਾਉਣ ਵਾਲਾ ਜਾਂ ਕਾਨੂੰਨ ਬਣਾਉਣ ਵਾਲਾ ਕੋਈ ਐਵੇਂ ਗੱਲ ਨਹੀਂ ਗੀ, ਬੜੀ ਸੋਚੀ ਸਮਝੀ ਚਾਲ ਹੈ, ਬਹੁਤ ਵੱਡੀ। ਇਹ ਲੜਾਈ ਲੰਬੀ ਹੋ ਸਕਦੀ ਆ। ਆਵੇ ਚਾਚਾ ਜੀਤ ਸਿੰਘ ਦੀ ਮੈਂ ਫੋਟੋ ਲਾਈ ਬੈਠਾ, ਚਾਚਾ ਜੀਤ ਸਿੰਘ ਨੇ ਇਹੋ ਹੀ ਕਾਨੂੰਨ ਸੀਗੇ। ਉਹ ਠੀਕ ਹੈ ਵੀ ਛੋਟਾ ਥਾਂ ਸੀ ਉਦੋਂ, ਜਿਹੜਾ ਜੇਲਮ ਦੇ ਤੇ ਝਨਾਬ ਦੇ ਵਿਚਕਾਏ ਬਹੁਤ ਵੱਡੀ ਜ਼ਮੀਨ ਸੀ ਉਸ ਵੇਲੇ ਬਾਰੀ ਦੁਆਬ ਦੇ ਵਿੱਚ, ਉੱਥੇ ਵੀ ਜ਼ਮੀਨ ਹੜਪਣ ਦੀ ਕੋਸ਼ਿਸ਼ ਅੰਗਰੇਜ਼ਾਂ ਨੇ ਕੀਤੀ ਸੀ। ਉਹਨਾਂ ਨੇ 9 ਮਹੀਨੇ ਲੜਾਈ ਲੜ ਕੇ ਜਿੱਤ ਹਾਸਲ ਕੀਤੀ ਸੀ। ਅੰਗਰੇਜ਼ਾਂ ਨੂੰ ਸਾਨੂੰ 200 ਸਾਲ ਲੱਗੇ ਕੱਢਣ ਨੂੰ। ਸੋ ਇਹ ਜਿਹੜੀਆਂ ਆਰਥਿਕ ਲੜਾਈ ਦੀ ਹੈਗੀ ਆ,
ਆਰਥਿਕ ਮਦਵਾੜੇ ਵਿੱਚੋਂ ਇਹ ਕੱਢਣਾ। ਮੈਂ ਤੇ ਇਸ ਗੱਲ ਦਾ ਧਾਰਨੀ ਆ, ਸਾਡੀ ਜਥੇਬੰਦੀ, ਮੈਂ ਆਪਣੇ ਆਪ 'ਚ ਨਹੀਂ ਕੋਈ ਵਿਅਕਤੀ, ਸਾਡੀ ਜਥੇਬੰਦੀ ਦੀ ਧਾਰਨਾ, ਸੰਯੁਕਤ ਮੋਰਚੇ ਦੀ ਇਹ ਧਾਰਨਾ ਵਾ ਵੀ ਇਹ ਕਾਨੂੰਨ ਰੱਦ ਕਰਾ ਕੇ ਜਿਹੜਾ ਪੁਰਾਣੇ ਸਮੇਂ ਦਾ ਲੋਕਾਂ ਦਾ ਸੁਪਨਾ ਸਮਾਜਿਕ ਪਰਿਵਰਤਨ ਦੇ ਉੱਤੇ, ਜਿਹੜੀ ਤਬਦੀਲੀ ਦੇ ਉੱਤੇ, ਭਾਈ ਲਾਲੋ ਦਾ ਰਾਜ ਲਿਆਉਣ ਦੇ ਲਈ ਇੱਥੇ ਜਿਹੜੇ ਯਤਨ ਪਿੱਛੇ ਲੋਕੀ ਸਮੇਂ 'ਚ ਕਰਦੇ ਰਹੇ ਆ, ਪਰ ਜਿਹਨੂੰ ਅਸੀਂ ਯੋਜਨਾਬੰਦ ਢੰਗ ਨਾਲ ਲੜਾਈ ਨੂੰ ਅੱਗੇ ਲੈ ਕੇ ਜਾ ਰਹੇ ਹਾਂ, ਇਹ ਮਜ਼ਦੂਰਾਂ ਲਈ ਵੀ, ਕਿਸਾਨਾਂ ਲਈ ਵੀ, ਛੋਟੇ ਕਾਰੋਬਾਰੀਆਂ ਲਈ, ਇੱਥੋਂ ਤੱਕ ਮੈਂ ਨਾ ਜਿਹੜੀ ਛੋਟੀ ਸਰਮਾਏਦਾਰੀ ਆ, ਇਹਦੇ ਛੋਟੇ ਕਾਰਖਾਨੇ, ਉਹਨਾਂ ਲਈ ਵੀ ਬੜਾ ਲਾਭਦਾਇਕ ਆ। ਸਾਡੇ ਕੋਲ ਅਜੇ ਵੀ ਕੋਲਾ ਬਾਹਰੋਂ ਇੰਪੋਰਟ ਕਰਨ ਰਹੇ ਆ। ਸੋ ਇਸ ਕਰਕੇ ਇਸ ਮੋਰਚੇ ਨੇ ਲੋਕਾਂ ਨੂੰ ਵਿਚਾਰਵਾਨ ਬਣਾ ਦਿੱਤਾ, ਨੀਤੀਵਾਨ ਬਣਾ ਦਿੱਤਾ। ਇੱਥੇ ਜਿੰਨੇ ਲੈਕਚਰ ਹੁੰਦੇ ਆ, ਖਾਸ ਕਰਕੇ ਬਹੁਤੇ ਲੈਕਚਰ ਇਸੇ ਗੱਲ 'ਤੇ ਹੁੰਦਾ ਵੀ ਲੋਕ ਵਿਚਾਰਵਾਨ ਬਣ ਰਹੇ ਆ। ਕਿਸਾਨ ਨੂੰ ਅੱਗੇ ਪਤਾ ਹੀ ਨਹੀਂ ਹੁੰਦਾ, ਯਾਰ ਐਤਕੀ ਵੋਟਾਂ ਕਾਂਗਰਸ ਨੂੰ ਪਾ ਦੇਣੀਆਂ, ਐਤਕੀ ਅਸੀਂ ਅਕਾਲੀਆਂ ਨੂੰ ਪਾ ਦੇਣਾ, ਐਤਕੀ ਅਸੀਂ ਚਟਾਲਿਆਂ ਨੂੰ ਪਾ ਦੇਣਾ, ਐਤਕੀ ਅਸੀਂ ਫਲਾਣੇ ਨੂੰ ਪਾ ਦੇਣਾ। ਐਤਕੀ ਹੁਣ ਲੋਕੀ ਸੋਚਣ ਰਹੇ ਆ ਵੀ ਆਉਣ ਵਾਲੇ ਸਮੇਂ 'ਚ ਸਮਾਜਿਕ ਪਰਿਵਰਤਨ ਦੇ ਲਈ ਅਸਲ ਵਿੱਚ ਲੜਾਈ ਸਾਡੀ ਕਿੱਥੇ ਆ। ਸਾਡੀ 65% ਆਬਾਦੀ ਆ ਸਾਰੇ ਭਾਰਤ ਦੀ, ਜਿਹਦੇ ਨੌਜਵਾਨ ਆ ਤੁਹਾਡੇ ਵਰਗੇ। ਇਹਨਾਂ ਨੌਜਵਾਨਾਂ ਨੂੰ ਜਿੰਨੇ ਚਿਰ ਰੁਜ਼ਗਾਰ ਨਾ ਮਿਲਿਆ, ਸਾਡੇ ਦੇਸ਼ ਦਾ ਬੜਾ ਖਤਰਨਾਕ ਸਥਿਤੀ ਬਣ ਜੂਗੀ। ਇਸ ਕਰਕੇ ਕਾਨੂੰਨ ਇਹਦੇ ਨਾਲ ਸਾਡੀ ਆਰਥਿਕਤਾ ਨਾਲ ਜੁੜੇ ਹੋਏ ਆ, ਬੜੀ ਵੱਡੀ ਮੰਗ ਆ। ਇਹਨੂੰ ਡੈਡਲੌਕ ਨਹੀਂ ਕਹਿਣਾ ਚਾਹੀਦਾ, ਇਹ ਲੜਾਈ ਹੀ ਲੰਬੀ ਆ। ਬਹੁਤ ਧੰਨਵਾਦ ਜੀ। ਤਾਂ ਇਹ ਸਨ ਡਾਕਟਰ ਸਤਨਾਮ ਸਿੰਘ। ਸਮਝਣਾ ਜ਼ਰੂਰੀ ਸੀ ਕਿ ਭਾਜਪਾ ਦੇ ਨਾਲ ਲੜਾਈ ਹੈ, ਭਾਜਪਾ ਦੇ ਖਿਲਾਫ ਲੜਾਈ ਹੈ, ਲੋਕਾਂ ਦੇ ਹੱਕ ਦੀ ਲੜਾਈ ਹੈ, ਕਿਰਤ ਦੀ ਲੜਾਈ ਹੈ, ਸਾਡੀ ਜ਼ਮੀਨ ਦੀ, ਨਸਲਾਂ ਦੀ ਲੜਾਈ ਹੈ। ਫਿਰ ਇਸ ਦੇ ਵਿਚਕਾਰ ਜੇ ਭਾਜਪਾ ਨੂੰ ਇਹ ਸਮਝੀਏ ਕਿ ਉਹ ਸਿਰਫ ਵੋਟ ਦੀ ਰਾਜਨੀਤੀ ਤੋਂ ਡਰਦੇ ਆ, ਤਾਂ ਉਹ ਵੀ ਇੱਕ ਜਿਹੜਾ ਕਹਿ ਲੈਂਦੇ ਕਿ ਬ੍ਰਹਮ ਅਸਤਰ ਸੀਗਾ ਜਿਹੜਾ ਕਿਸਾਨ ਮੋਰਚੇ ਨੇ ਚਲਾ ਕੇ ਦੇਖਿਆ। ਬੇਸ਼ੱਕ ਹਾਲੇ ਜਿਹੜੇ ਨਤੀਜੇ ਆਉਣੇ ਬਾਕੀ ਨੇ, ਪਰ ਜਿਨ੍ਹਾਂ ਨਤੀਜਿਆਂ ਦੇ ਵਿੱਚ ਭਾਜਪਾ ਨੂੰ ਨੁਕਸਾਨ ਹੁੰਦਾ ਵੀ ਹੈ, ਤਾਂ ਉਸ ਤੋਂ ਬਾਅਦ ਭਾਜਪਾ ਦਾ ਕੀ ਰਵੱਈਆ ਰਹਿ ਸਕਦਾ ਹੈ, ਉਸ ਤੋਂ ਬਾਅਦ ਕੀ ਰੁਖ ਰਹਿ ਸਕਦਾ। ਖਾਸ ਕਰਕੇ ਇਸ ਅੰਦੋਲਨ ਦੇ ਲਈ, ਗੱਲਬਾਤ ਦੇ ਲਈ ਇਹ ਇੱਕ ਵੱਡਾ ਸਵਾਲ ਬਣਿਆ। ਤਾਂ ਉਹਨਾਂ ਕਿਹਾ ਹੈ ਕਿ ਭਾਜਪਾ ਤੇ ਇੱਕ ਵੱਡਾ ਇਫੈਕਟ ਛੱਡਣ ਦੇ ਵਿੱਚ ਮੋਰਚਾ ਜ਼ਰੂਰ ਕਾਮਯਾਬ ਹੋਇਆ। ਕੈਮਰਾ ਪਰਸਨ ਗੁਰਸਿਮਰਨ ਸਿੰਘ ਦੇ ਨਾਲ ਮੈਂ ਰਵੀ ਸੰਗਰਾਹੁਰ, ਵਿਜ਼ਨ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।